ਸਤਿ ਸ੍ਰੀ ਅਕਾਲ। ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਰੋਜ਼ਾਨਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਮਿਲੀ ਪੇਸ਼ਗੀ ਜ਼ਮਾਨਤ। ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ। ਲੁਧਿਆਣਾ 'ਚ ਪਿਸਤੌਲ ਦੀ ਨੋਕ ਤੇ ਬੱਸ ਲੁੱਟ ਮਹਿਜ਼ ਇੱਕ ਡਰਾਮਾ। ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਹਰ ਚਲੀਆਂ ਗੋਲੀਆਂ ਅਤੇ ਸਿੱਧੂ ਮੂਸੇਵਾਲਾ ਕਤਲकांड 'ਚ ਅਹਿਮ ਸੁਰਾਗ ਮਿਲਣ ਦਾ ਦਾਅਵਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਡਰੱਗ ਮਾਮਲੇ ਵਿੱਚ ਜ਼ਮਾਨਤ ਮਿਲਣ ਉਪਰੰਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਖੂ ਅਧੀਨ ਦਰਜ ਮਾਮਲੇ ਵਿੱਚ ਫਿਰੋਜ਼ਪੁਰ ਦੀ ਸੈਸ਼ਨ ਕੋਰਟ ਵਿੱਚੋਂ ਪੇਸ਼ਗੀ ਜ਼ਮਾਨਤ ਮਿਲ ਗਈ ਹੈ। ਇਹ ਪੇਸ਼ਗੀ ਜ਼ਮਾਨਤ ਥਾਣਾ ਮਖੂ ਪੁਲਿਸ ਵੱਲੋਂ 8 ਦਸੰਬਰ 2017 ਨੂੰ ਦਰਜ ਮਾਮਲੇ ਵਿੱਚ ਮਿਲੀ ਹੈ। ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਨੈਸ਼ਨਲ ਹਾਈਵੇ ਦਾ ਰਸਤਾ ਜਾਮ ਕਰਦੇ ਹੋਏ ਹਰੀਕੇ ਪੁਲ ਨੇੜੇ ਧਰਨਾ ਦਿੱਤਾ ਸੀ, ਜਿਸ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਅਕਾਲੀ ਵਰਕਰਾਂ ਤੇ ਨਾਜਾਇਜ਼ ਪਰਚੇ ਕਰਵਾਉਣ ਅਤੇ ਹਮਲਾ ਕਰਨ ਦਾ ਵਿਰੋਧ ਕੀਤਾ ਗਿਆ ਸੀ। ਇਸ ਦਰਜ ਮਾਮਲੇ ਵਿੱਚ ਕੁਝ ਧਾਰਾਵਾਂ ਗੈਰ ਜ਼ਮਾਨਤੀ ਹੋਣ ਕਰਕੇ ਫਿਰੋਜ਼ਪੁਰ ਦੀ ਸੈਸ਼ਨ ਕੋਰਟ ਵਿਖੇ ਪੇਸ਼ਗੀ ਜ਼ਮਾਨਤ ਅਰਜ਼ੀ ਲਗਾਈ ਗਈ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਹਨ। ਸਵੇਰੇ ਸਿੱਧੂ ਮੂਸੇਵਾਲੇ ਦੇ ਫੁੱਲ ਚੁਗੇ ਗਏ ਸਨ। ਪਰਿਵਾਰ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਿੱਧੂ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਸਿੱਧੂ ਮੂਸੇਵਾਲੇ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। 29 ਮਈ ਦਿਨ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਤੇ 3 ਹਥਿਆਰਬੰਦ ਬਦਮਾਸ਼ਾਂ ਵੱਲੋਂ ਪੀਆਰਟੀਸੀ ਦੇ ਕੰਡਕਟਰ ਕੋਲੋਂ 10,000 ਰੁਪਏ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਅੱਜ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਪੀਆਰਟੀਸੀ ਦੀ ਬੱਸ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਅਤੇ ਜਦੋਂ ਉਹ ਟੋਲ ਪਲਾਜ਼ਾ ਨਜ਼ਦੀਕ ਪਹੁੰਚੀ ਤਾਂ ਐਕਟਿਵਾ ਤੇ ਸਵਾਰ 3 ਬਦਮਾਸ਼ਾਂ ਵੱਲੋਂ ਕੰਡਕਟਰ ਨਾਲ ਗਾਲੀ ਗਲੋਚ ਕਰ ਉਸ ਦੇ ਹੱਥ 'ਚ ਫੜਿਆ ਪੈਸਿਆਂ ਵਾਲਾ ਬੈਗ ਖੋਹ ਲਿਆ ਗਿਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਲੁਟੇਰੇ ਫਰਾਰ ਹੋ ਗਏ। ਹਾਲਾਂਕਿ ਬਾਅਦ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਵੱਲੋਂ ਇਸ ਮਾਮਲੇ ਤੇ ਸਪਸ਼ਟੀਕਰਨ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਆਪਸੀ ਤਕਰਾਰਬਾਜ਼ੀ ਦੇ ਮਾਮਲੇ ਨੂੰ ਲੁੱਟ ਦਾ ਮਾਮਲਾ ਦੱਸ ਕੇ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਇਸ ਪ੍ਰਕਾਰ ਦੀਆਂ ਅਫਵਾਹਾਂ ਤੋਂ ਬਚਣ। हाँ जी सर, आपका नाम क्या है? साहिल। आप कौन सी कंपनी में जाते हैं? पीआरटीसी कनेक्ट फाइल। तो कहाँ से कहाँ जा रही थी आपकी बस? पटियाला से अमृतसर। तो कहाँ हुआ ये हादसा, कब हुआ ये? ये टोल टैक्स से होया 750 हाँ लाडोवाल टोल टैक्स से। तो हुआ क्या? होया कुछ नहीं, बराबर ले आके गालां कढ़न लग गया। मैं बारी च गया, बारी च मां वीरे की हो गया ते आके मेरी चैनी खोन लग गए ते थप्पड़ मारे मेरे ਬਦਮਾਸ਼ਾਂ ਨੇ। ਅੱਛਾ ਜੀ। ਤੇ ਥੋੜੀ ਅੱਗੇ ਗਏ ਅਸੀਂ, ਡਰਾਈਵਰ ਉਤਰ ਕੇ ਆਇਆ ਵੀ ਪੁੱਛਿਆ ਕਿ ਕੀ ਹੋ ਗਿਆ ਤੇ ਉਹਨਾਂ ਕੋਲ 2 ਕੱਟੇ ਸੀਗੇ। ਹੈ ਜੀ, ਉਹ ਇੱਕ ਮੋਟਰਸਾਈਕਲ ਸੀ ਇੱਕ ਸਕੂਟਰੀ ਸੀ। ਮੋਟਰਸਾਈਕਲ ਤੇ 2 ਜਣੇ, ਸਕੂਟਰੀ ਤੇ 1 ਜਣਾ ਤੇ ਉਹਨਾਂ ਕੋਲ ਪਿਸਟਲ ਸੀਗੇ। ਉਹਨਾਂ ਨੇ ਪਿਸਟਲ ਦਿਖਾਉਣ ਲੱਗ ਗਏ ਤੇ ਉਹ ਦਿਖਾਉਣ ਲੱਗ ਡਰਾਉਣ ਲੱਗ ਜਾਂਦੇ। ਜਿੱਲੇ ਵੀ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ, ਤੁਹਾਨੂੰ ਮਾਰ ਦਾਂਗੇ। ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ, ਫਿਰ ਉਹ ਇੰਨੇ 'ਚ ਭੱਜ ਗਏ। ਰਹਿ ਪਟਿਆਲਾ ਜੀ। ਮਤਲਬ ਤੁਹਾਨੂੰ ਲੱਗਦਾ ਹੈ ਕਿ ਇੱਕਦਮ ਘਟਨਾ ਹੋਣਾ ਤੇ ਰਾਤ ਰਾਤ ਗੱਡੀ ਚਲਾਉਂਦੇ ਹੋ, ਕਾਫੀ ਚਿੰਤਾ ਦਾ ਵਿਸ਼ਾ ਹੈ। ਰਾਤ ਦੇ ਆਪਾਂ ਏਅਰਲਾਈਨ ਗੱਡੀ ਚਲਾਉਂਦੇ ਹਾਂ। ਹਾਂ ਜੀ, ਜੇ ਮੇਰੇ ਨਾਲ ਹੀ ਕਦੋਂ ਕਿਸੇ ਸਵਾਰੀ ਦੇ ਮਾਰ ਦਿੰਦੇ ਜੀ। ਇੰਨੀਆਂ ਸਵਾਰੀਆਂ ਸੀਗੀਆਂ, ਗੱਡੀ ਭਰੀ ਹੋਈ ਸੀਗੀ। ਸਵਾਰੀਆਂ ਵੀ ਸੀਗੀਆਂ ਬੈਠੀਆਂ? ਬੇਸਵਾਰੀਆਂ ਦੇ ਸੀਟੜ ਗੱਡੀ ਦੀ ਪੂਰੀ। ਚੈਨੀ ਹੋ ਕੇ ਲੈ ਗਏ ਤੁਹਾਡੀ? ਚੈਨੀ ਹੋ ਗਏ 10,000 ਰੁਪਇਆ ਸੀਗਾ ਜੀ। ਬਾਕੀ ਮੇਰੇ ਕੋਲ ਹੈਗੇ ਨੇ, ਬਾਕੀ ਲੈ ਗਏ ਹੋ ਕੇ। 10,000 ਰੁਪਏ? ਹਾਂ ਤੇ ਚੈਨੀ ਪਰ ਡਿੱਗੀ ਉੱਥੇ, ਪਤਾ ਨਹੀਂ ਲੈ ਗਏ ਉਹ, ਪਰ ਪਤਾ ਨਹੀਂ ਹੈਗਾ, ਨਹੀਂ ਭੇਜ ਲੱਗਿਆ। ਹਾਂ ਜੀ। ਪੁਲਿਸ ਨੇ ਕੀ ਕਿਹਾ? ਹੁਣ ਤੁਸੀਂ ਪੁਲਿਸ ਕੋ ਵੀ ਆਏ ਹੋ? ਉਹ ਕਹਿੰਦੇ ਕਾਰਵਾਈ ਕਰਾਂਗੇ। ਠੀਕ ਹੈ। ਤੇ ਬਾਕੀ ਦੀ ਗੱਡੀ ਰੋਕਤੀ ਫਿਰ ਉੱਥੇ ਹੀ? ਗੱਡੀ ਉੱਥੇ ਖੜੀ ਹੈ ਜੀ, ਸਵਾਰੀਆਂ ਦੂਸਰੀ ਗੱਡੀ ਨੂੰ ਦੇ ਦਿੱਤੀਆਂ। ਅੱਜ ਸਵੇਰੇ ਇੱਕ ਪੀਆਰਟੀਸੀ ਦੀ ਬੱਸ ਜਦੋਂ ਟੋਲ ਪਲਾਜ਼ਾ ਲਾਡੋਵਾਲ ਤੋਂ ਅੱਗੇ ਥੋੜ੍ਹੀ ਲੰਘੀ ਹੈ, ਉਹਦੇ ਵਿੱਚ ਮੋਟਰਸਾਈਕਲ 'ਤੇ ਸਵਾਰ ਸੀ 2 ਨੌਜਵਾਨ, ਕਰੀਬ 25 ਸਾਲ ਉਮਰ ਸੀ ਉਹਨਾਂ ਦੀ, ਅਤੇ ਇੱਕ ਨੌਜਵਾਨ ਜਿਹੜਾ ਸੀ ਐਕਟਿਵਾ 'ਤੇ ਸੀ, ਜਿਹੜੀ ਕਰੀਬ 22 ਸਾਲ ਉਮਰ ਲੱਗਦੀ, 20-22 ਸਾਲ। ਇਹ ਸਾਰੇ ਆ ਗਏ ਔਰ ਜੋ ਇਨਸੀਡੈਂਟ ਉੱਥੇ ਹੋਇਆ ਹੈ ਉਹਦੇ ਮੁਤਾਬਿਕ ਜਿਹੜਾ ਪੁਲਿਸ ਵੱਲੋਂ ਬਾਰ-ਬਾਰ ਵੈਰੀਫਾਈ ਕੀਤਾ ਹੈ ਔਰ ਅਸੀਂ CCTV ਫੁਟੇਜ ਦੇ ਨਾਲ ਵੀ ਉਸ ਨੂੰ ਕੋਰਿਲੇਟ ਕਰਕੇ ਔਰ ਸਾਰਾ ਕੁਝ ਚੈੱਕ ਕੀਤਾ ਹੈ। ਉਸ ਮੁਤਾਬਿਕ
ਇਹ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਲੜਕੇ ਜਦੋਂ ਆਏ ਉਹਨਾਂ ਵੱਲੋਂ ਕੁਝ ਗਾਲੀ ਗਲੌਜ ਕੀਤੀ ਗਈ, ਬੱਸ ਨੂੰ ਰੋਕਿਆ ਗਿਆ ਔਰ ਜਦੋਂ ਦੋਨੋਂ ਤਰਫ ਸੇ ਕੁਝ ਗਾਲੀ ਗਲੌਜ ਸ਼ੁਰੂ ਹੋਈ ਉਹਦੇ ਬਾਅਦ ਇਹ ਲੜਕਿਆਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਡਰਾਈਵਰ ਕੰਡਕਟਰ ਹੈ ਜਿਹਦਾ ਨਾਂ ਸਾਹਿਲ ਹੈ ਜੋ PRTC ਦੀ ਬੱਸ ਵਿੱਚ ਸਵਾਰ ਸੀ ਉਹਨੂੰ ਨੀਚੇ ਉਤਾਰ ਕੇ ਗੱਲਬਾਤ ਕੀਤੀ ਜਾਵੇ। ਉਸ ਦੌਰਾਨ 1-1.5 ਮਿੰਟ ਦੀ ਕਰੀਬ ਜਿਹੜੀ ਹੈ ਇਹਨਾਂ ਦੀ ਗਾਲੀ ਗਲੌਜ 'ਤੇ ਕੁਝ ਹੱਥੋਂ ਪਾਈ ਜਾਂ ਖਿੱਚਤੂ ਹੋਈ ਹੈ। ਇਸ ਤੋਂ ਇਲਾਵਾ ਜਿਹੜਾ ਕੋਈ ਇਨਸੀਡੈਂਟ ਕਿਹਾ ਜਾ ਰਿਹਾ ਹੈ ਕਿ ਇਹਨਾਂ ਕੋਲ ਕੋਈ ਹਥਿਆਰ ਸੀ ਜਿਹੜੇ ਲੜਕੇ ਆਏ ਸੀ ਜਾਂ ਜਿਹੜਾ ਹੈ ਇਹਨਾਂ ਵੱਲੋਂ ਕੋਈ ਖੋਹ ਕੀਤੀ ਗਈ ਪੈਸੇ ਦੀ ਜਾਂ ਜਿਹੜੀ ਗੱਡੀ ਕੋਈ ਅਗਵਾ ਕੀਤੀ ਗਈ, ਇਹੋ ਜੀ ਕੋਈ ਗੱਲ ਉੱਥੇ ਵੈਰੀਫਾਈ ਨਹੀਂ ਹੋਈ ਹੈ। ਮੈਂ ਫਿਰ ਸੇ ਕਹਿਣਾ ਚਾਹੁੰਦਾ ਕਿ ਵੀ ਇਹੋ ਜੀ ਕੋਈ ਇਨਸੀਡੈਂਟ ਨਹੀਂ ਹੋਈ। ਇਹਨਾਂ ਦੀ ਆਪਸ ਵਿੱਚ 1-1.5-2 ਮਿੰਟ ਦੇ ਕਰੀਬ ਜਿਹੜੀ ਹੈ ਗਾਲੀ ਗਲੌਜ ਔਰ ਕੁਝ ਥੋੜੀ ਬਹੁਤ ਹੱਥੋਂ ਪਾਈ ਹੋਣੀ ਪਾਈ ਗਈ ਹੈ। ਉਹਦੇ ਬਾਅਦ ਬੱਸ ਜਿਹੜੀ ਅੱਗੇ ਲਿਜਾ ਕਰਕੇ ਬੱਸ ਡਰਾਈਵਰ ਤੇ ਕੰਡਕਟਰ ਵੱਲੋਂ ਲਗਾ ਦਿੱਤੀ ਗਈ ਤੇ ਲੜਕੇ ਜਿਹੜੇ ਬਾਅਦ ਵਿੱਚ ਮੁੜ ਕਰਕੇ ਭੱਜ ਗਏ। ਇਹਦੇ ਵਿੱਚੋਂ ਅਸੀਂ ਅੱਗੇ ਜਿਹੜੀ ਤਫਤੀਸ਼ ਕੀਤੀ ਹੈ ਉਸ ਵਿੱਚ ਇੱਕ ਲੜਕਾ ਜਿਹੜਾ ਹੈ ਅਸੀਂ ਪਹਿਚਾਣ ਲਿਆ ਜਿਹੜਾ ਲੋਡੋਵਾਲ ਪਿੰਡ ਦਾ ਹੀ ਰਹਿਣ ਵਾਲਾ ਹੈ। ਉਹਦੇ ਤੇ ਅੱਗੇ ਕਾਰਵਾਈ ਚੱਲ ਰਹੀ ਹੈ ਤੇ ਅਸੀਂ ਜਲਦੀ ਬਾਕੀ ਬੰਦਿਆਂ ਨੂੰ ਪਹਿਚਾਣ ਲੈਣਗੇ ਤੇ ਇਹ ਕੋਈ ਜਿਹੜਾ ਹੈ ਆਪਣੀ ਚੂਹੇ ਮਾਰ ਦਬਾ ਹੈ ਉਹਦਾ ਇੱਕ ਸੇਲਸਮੈਨ ਕੱਲਾ ਜਿਹੜਾ ਪਾਇਆ ਗਿਆ ਔਰ ਇਹਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਲੱਗਦੀ ਕਿ ਕੋਈ ਜਿਹੜੀ ਹੈ ਆਰਮਡ ਰੋਬਰੀ ਹੋਈ ਹੈ ਜਾਂ ਜ਼ਬਰਦਸਤੀ ਬੱਸ ਨੂੰ ਅਗਵਾ ਕੀਤਾ ਗਿਆ ਹੈ ਜਾਂ ਕਿਸੇ ਵੀ ਕਿਸਮ ਦੀ ਰੋਕਣ ਦੀ ਕੋਈ ਘਟਨਾ ਹੋਈ ਹੈ। तो एक मामूली जी घटना ਨੂੰ ਜਿਹੜਾ ਹੈ ਅਲੱਗ-ਅਲੱਗ ਤਰੀਕੇ ਦੀ ਰਿਊਮਰਸ ਫੈਲਾ ਕਰਕੇ ਵਧਾ ਚੜਾ ਕਰਕੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਕਿ ਵੀ ਜਿਹੜਾ ਬਹੁਤ ਵੱਡਾ ਕਾਂਡ ਹੋ ਗਿਆ ਹੈ ਤੇ ਗੱਡੀ ਅਗਵਾ ਹੋ ਗਈ ਹੈ। ਇਹ ਸਾਰੀ ਚੀਜ਼ ਜਿਹੜੀ ਹੈ ਮੈਂ ਬਤੌਰ ਕਮਿਸ਼ਨਰ ਪੁਲਿਸ ਡਿਨਾਈ ਕਰਦਾ ਤੇ ਇਸ ਚੀਜ਼ ਨੂੰ ਬਾਕੀ ਸਾਰਿਆਂ ਨੂੰ ਕਹਿੰਦਾ ਕਿ ਕਿਸੇ ਵੀ ਰੂਮਰ ਦੇ ਵਿੱਚ ਇਸ ਨੂੰ ਜਿਹੜਾ ਹੈ ਇਹ ਨਾ ਆਣ ਤੇ ਜਿਹੜੀ ਜੋ ਮੈਂ ਸਹੀ ਗੱਲ ਹੈ ਉਹ ਸਾਰੀ ਜਿਹੜੀ ਸਾਰਿਆਂ ਤੱਕ ਪਹੁੰਚਾ ਦਿੱਤੀ ਹੈ ਤੇ ਇਸ ਮੁਤਾबिक ਜਿਹੜਾ ਹੈ ਅਸੀਂ ਕਾਰਵਾਈ ਅੱਗੇ ਕਰ ਰਹੇ ਹਾਂ ਔਰ ਜਲਦੀ ਸਾਨੂੰ ਉਮੀਦ ਹੈ ਕਿ ਜਿਹੜੇ ਲੜਕੇ ਝਗੜੇ ਵਾਲੇ ਹੈ ਉਹਨਾਂ ਨੂੰ ਵੀ ਅਸੀਂ ਪਹਿਚਾਣ ਕੇ ਔਰ ਉਹਨਾਂ ਨੂੰ ਡਿਟੇਨ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ। ਸਰ ਇਹਦੇ ਵਿੱਚ ਕੋਈ ਪੈਸੇਂਜਰਸ ਨਾਲ ਵੀ ਲੁੱਟ ਹੋਈ ਹੈ? ਨਹੀਂ, ਕਿਸੇ ਕਿਸਮ ਦੀ ਕੋਈ ਲੁੱਟ ਹੋਈ ਨਹੀਂ ਹੈ ਜੀ। ਇਹ ਆਪਸ ਵਿੱਚ ਜਿੱਦਾਂ ਹੁੰਦਾ ਹੈ ਕੋਈ ਛੋਟਾ ਮੋਟਾ ਝਗੜਾ ਜਿਹੜਾ ਹੈ ਕੋਈ ਰੋਡ ਰੇਜ ਵੀ ਹੋ ਸਕਦੀ ਹੈ, ਕੋਈ ਗੱਡੀ ਦੇ ਪਿੱਛੇ ਜਿਹੜਾ ਹੈ ਆਪਸ ਵਿੱਚ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੋ ਸਕਦੀ ਹੈ। ਇਸ ਤਰੀਕੇ ਦੀ ਘਟਨਾ ਹੈ ਜਿਹੜੇ ਕਰਕੇ ਉੱਥੇ ਪਹਿਲੇ ਜਿੱਦਾਂ ਮੈਂ ਕਿਹਾ ਕਿ ਗਾਲਾਂ ਕੱਢੀ ਗਈ, ਗਾਲਾਂ ਕੱਢਣ ਦੇ ਬਾਅਦ ਇਹਨਾਂ ਨੇ ਅੰਦਰ ਜਾ ਕਰਕੇ ਉਹ ਕੰਡਕਟਰ ਨੂੰ ਨੀਚੇ ਘੜੀਸਣੇ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਬਾਅਦ ਜਿਹੜਾ ਹੈ ਉਹ ਜਦੋਂ ਉਹ ਬੱਸ ਚਲਾ ਕਰਕੇ ਲੈ ਗਿਆ ਥੋੜੀ ਦੂਰ ਅੱਗੇ ਟਰੱਕ ਡਰਾਈਵਰ, ਇਸ ਤੋਂ ਇਲਾਵਾ ਕੋਈ ਘਟਨਾ ਇਹੋ ਜਿਹੀ ਨਹੀਂ ਹੋਈ ਹੈ। ਨਾ ਹੀ ਅਸੀਂ ਪੈਸੇਂਜਰਸ ਤੋਂ ਵੀ ਵੈਰੀਫਾਈ ਕੀਤਾ ਹੈ ਕਿ ਨਾ ਹੀ ਕੋਈ ਉੱਥੇ ਹਥਿਆਰ ਦਿਖਾਇਆ ਗਿਆ ਹੈ, ਨਾ ਹੀ ਜਿਹੜਾ ਹੈ ਕੋਈ ਪੈਸੇ ਦੀ ਲੁੱਟ ਹੋਈ ਹੈ। ਅੰਮ੍ਰਿਤਸਰ 'ਚ ਘੱਲੂਘਾਰੇ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਬਾਵਜੂਦ ਇਸ ਦੇ ਅੱਜ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ ਕਿਸੇ ਕੁੜੀ ਦੀ ਤਸਵੀਰ ਨੂੰ ਲੈ ਕੇ ਨੌਜਵਾਨਾਂ 'ਚ ਤਕਰਾਰ ਹੋ ਗਈ ਤੇ ਨੌਬਤ ਗੋਲੀ ਚੱਲਣ ਤੱਕ ਆ ਗਈ। ਇਸ ਹਾਦਸੇ ਵਿੱਚ 2 ਨੌਜਵਾਨ ਜ਼ਖਮੀ ਵੀ ਹੋਏ ਹਨ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੱਗ ਰਿਹਾ ਕਿਉਂਕਿ ਜਿਹੜੇ ਇੰਜਨ ਉਹਨਾਂ ਨੂੰ ਪਤਾ ਲਿਆ, ਉਹਨਾਂ ਨੇ ਕਿਹਾ ਵੀ ਸਾਡੇ ਜੰਡਿਆਲੇ ਦੇ ਲੜਕੇ ਸੀ, ਇਹ ਬਟਾਲੇ ਦੇ ਆ। ਔਰਸੇ ਜਿੱਥੇ ਕਿਉਂ ਆਏ ਅਜੇ ਕਨਫਰਮ ਜਦੋਂ ਪਤਾ ਲੱਗੇ ਕੀ ਹੋਇਆ, ਕੀ ਗੱਲ ਹੋਇਆ, ਕੀ ਹੈਗਾ? ਨਹੀਂ ਕੋਈ ਗੈਂਗਵਾਰ ਨਹੀਂ ਹੈਗਾ, ਇਹਨਾਂ ਦਾ ਆਪਸੀ ਕੋਈ ਚੱਕਰ ਸੀ ਫਰੈਂਡ ਸਰਕਲ ਦੇ ਵਿੱਚ ਹੀ। ਫਾਇਰਿੰਗ ਕਿੰਨੀ ਗੋਲੀ ਨੂੰ ਲੈ ਕੇ ਕੁਝ ਹੋਇਆ ਜੀ? ਨਹੀਂ ਕੋਈ ਲੜਕੀ ਪਤਾ ਲੱਗਦਾ ਇਸ ਤਰ੍ਹਾਂ ਮੁੰਡਾ ਕਹਿੰਦਾ ਵੀ ਮੇਰੀਆਂ ਕੋਈ ਫਰੈਂਡ ਸੀ ਤੇ ਉਹਦੇ ਨਾਲ ਮੇਰੀਆਂ ਫੋਟੋਆਂ ਸੀ, ਇਸ ਕਰਕੇ ਸਾਡਾ ਹੋਇਆ। ਕੋਈ ਗੈਂਗਵਾਰ ਕੋਈ ਗੱਲ 2 ਗੋਲੀਆਂ। ਜ਼ਖਮੀ ਕਿੰਨੇ? 2 ਮੁੰਡੇ। ਚੱਲੀਏ ਕਿੱਥੇ ਮੈਡਮ? ਚੱਲੀਏ ਬਟਾਲੇ ਦੇ ਜੀ। ਨਹੀਂ ਇੱਕ ਬਟਾਲੇ ਦਾ ਇੱਕ ਜੰਡਿਆਲੇ ਦਾ। ਮੁੰਡੇ ਪੜ੍ਹਦੇ ਕਿੱਥੇ ਮੈਡਮ? ਪੜ੍ਹਦੇ ਨੇ, ਕਹਿੰਦੇ ਐਡਮਿਸ਼ਨ ਲੈਣਾ ਹੈ, ਹੁਣ ਕਨਫਰਮ ਪਤਾ ਲੱਗ ਜਾਏਗਾ ਖਾਲਸਾ ਕਾਲਜ ਤੋਂ ਪੜ੍ਹਦੇ ਕਿੰਨੇ। ਕੰਡੀਸ਼ਨ ਕਿਸ ਤਰ੍ਹਾਂ ਦੀ ਜੀ ਦੋਵਾਂ ਦੀ? ਕੰਡੀਸ਼ਨ ਠੀਕ ਹੈ ਫਿਲਹਾਲ। ਮੈਡਮ ਕੁੜੀ ਨੂੰ ਬਲੈਕ ਕਰਦੇ ਸੀ? ਆਈ ਡੋਨਟ ਨੋ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦਾਅਵਾ ਕੀਤਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਈਜੀ ਬਠਿੰਡਾ ਰੇਂਜ ਵੱਲੋਂ ਕਾਇਮ ਕੀਤੀ ਐਸਆਈਟੀ ਨੂੰ ਲਗਾਤਾਰ ਅਹਿਮ ਸੁਰਾਗ ਮਿਲ ਰਹੇ ਹਨ। ਤਫਤੀਸ਼ ਦੌਰਾਨ ਬੀਤੇ ਦਿਨ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਅਤੇ ਇੱਕ ਹੋਰ ਮੁਲਜ਼ਮ ਨੂੰ ਮੁਕੱਦਮੇ 'ਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵੀ ਮਾਨਸਾ ਪੁਲਿਸ ਕਾਨੂੰਨ ਅਨੁਸਾਰ ਤਫਤੀਸ਼ ਵਿੱਚ ਸ਼ਾਮਿਲ ਕਰਕੇ ਉਸ ਤੋਂ ਪੁੱਛ ਪੜਤਾਲ ਕਰੇਗੀ। ਨਹੀਂ ਬਿਲਕੁਲ, ਸ਼ੁਭਦੀਪ ਸਿੰਘ ਦੇ ਕਤਲ ਕੇਸ ਦੇ ਵਿੱਚ ਮਾਨਯੋਗ ਆਈਜੀ ਸਾਹਿਬ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜਿਹਦੇ ਵੱਲੋਂ ਤਫਤੀਸ਼ ਨੂੰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਜਿਹੜਾ ਚਲਾਇਆ ਜਾ ਰਿਹਾ ਹੈਗਾ ਹੈ। ਵੱਖ-ਵੱਖ ਤਰੀਕੇ ਤੋਂ ਅਸੀਂ ਜਿਹੜੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਗਈ ਹੈ, ਜਿਹਦੇ ਵਿੱਚ ਦੋਸ਼ੀਆਂ ਤੋਂ ਸਾਰਾ ਰੂਟ ਅਸੀਂ ਟਰੇਸ ਕਰ ਲਿਆ ਹੈਗਾ ਹੈ। ਕਿਹੜੇ ਰੂਟ ਤੋਂ ਆਏ ਨੇ, ਕਿਹੜੇ ਰੂਟ ਤੋਂ ਰੈਕੀ ਕੀਤੀ ਹੈ, ਕਿਹੜੇ ਰੂਟ 'ਤੇ ਵਾਰਦਾਤ ਜਿਹੜੀ ਹੋਈ ਹੈ, ਕਿੱਥੇ ਉਹਨਾਂ ਨੇ ਆਪਣੀ ਗੱਡੀਆਂ ਛੱਡੀਆਂ, ਕਿਹੜੇ ਰੂਟ ਤੋਂ ਐਸਕੇਪ ਕੀਤਾ ਹੈ, ਅਸੀਂ ਟਰੇਸ ਕਰ ਲਿਆ ਹੈਗਾ। ਗੱਡੀਆਂ ਤੋਂ ਵੀ ਸਾਨੂੰ ਕਾਫੀ ਅਹਿਮ ਜਿਹੜੇ ਸੁਰਾਗ ਮਿਲੇ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਵੱਖ-ਵੱਖ ਮਹਿਕਮਿਆਂ ਵੱਲੋਂ ਵੀ ਇੱਕ ਜੁਆਇੰਟ ਕੋਆਰਡੀਨੇਸ਼ਨ ਨਾਲ ਕਾਫੀ ਅਸੀਂ ਇਨਪੁਟ ਸਾਨੂੰ ਮਿਲ ਰਹੇ ਨੇ। ਤਕਨੀਕੀ ਸ਼ਹਾਦਤ 'ਤੇ ਵੀ ਜਿਹੜੀ
ਜ਼ਿਲ੍ਹਾ ਪੁਲਿਸ ਹੈਗੀ ਹੈ, ਸਾਈਬਰ ਸੈੱਲ ਪੂਰਾ ਜ਼ੋਰ ਲਾ ਕੇ ਜਿਹੜਾ ਕੰਮ ਕਰ ਰਿਹਾ ਹੈ, ਜਿਹਦੇ ਤੋਂ ਸਾਨੂੰ ਬਹੁਤ ਹੀ ਅਹਿਮ ਲੀਡਸ ਮਿਲੀਆਂ ਹਨ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਕਿਉਂਕਿ ਆਰਗੇਨਾਈਜ਼ਡ ਕ੍ਰਿਮੀਨਲਸ ਦਾ ਜਿਹੜਾ ਕਾਰਾ ਸੀਗਾ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਜਿਹੜੇ ਸਾਥੀ ਹੈ ਉਹਨਾਂ ਨੂੰ ਅਸੀਂ 2 ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹਾਂ ਤੇ ਉਹਨਾਂ ਦਾ 6 ਦਿਨ ਦਾ ਜਿਹੜਾ ਰਿਮਾਂਡ ਸਾਡੇ ਕੋਲ ਹੈਗਾ ਹੈ। ਤੇ ਇਸ ਤੋਂ ਇਲਾਵਾ ਇੱਕ ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਤੇ ਉਹਨਾਂ ਦਾ 6 ਦਿਨ ਦਾ ਪੁਲਿਸ ਰਿਮਾਂਡ ਸਾਡੇ ਕੋਲ ਹੈਗਾ ਹੈ। ਲਗਾਤਾਰ ਉਹਨਾਂ ਦੀ ਸਾਡੀ ਪੁੱਛਗਿੱਛ ਚੱਲ ਰਹੀ ਹੈਗੀ ਹੈ। ਸਾਨੂੰ ਲੱਗਦਾ ਹੈ ਉਹਨਾਂ ਨੂੰ ਇਸ ਮੋਡਿਊਲ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੋਏਗੀ ਤੇ ਉਹ ਜਾਣਕਾਰੀ ਦੇ ਥਰੂ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਹੀ ਛੇਤੀ ਅਸੀਂ ਅਸਲ ਦੋਸ਼ੀਆਂ ਵੱਲ ਪਹੁੰਚ ਜਾਵਾਂਗੇ। ਸਰ ਹੁਣ ਤੱਕ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ? ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 2 ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਤੇ ਇੱਕ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਰ ਕੁਝ ਦੇਹਰਾਦੂਨ ਤੋਂ ਵੀ ਫੜੇ ਸੀ 6 ਉਹਨਾਂ ਨੂੰ ਵੀ ਮਾਨਸਾ ਪੁਲਿਸ ਨੇ ਲੈ ਕੇ ਨੋ ਕਮੈਂਟਸ। ਸਰ ਗੱਲ ਕੀਤੀ ਜਾਵੇ ਕੋਈ ਇਹੋ ਜਿਹੀ ਗੱਲ ਵੀ ਸਾਹਮਣੇ ਆਈ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਚੱਲੇ ਸੀ ਤਾਂ ਕੋਈ ਵਿਅਕਤੀ ਉੱਥੇ ਸੈਲਫੀ ਖਿਚਾਉਣ ਦੇ ਬਹਾਨੇ ਆਇਆ ਸੀ, ਉਸਨੇ ਬਾਅਦ ਵਿੱਚ ਜਿਹੜਾ ਹੈ ਅੱਗੇ ਫੋਨ ਕਰਕੇ ਕਿਹਾ ਕਿ ਸਿੱਧੂ ਮੂਸੇਵਾਲਾ ਬਿਨਾਂ ਗਨਮੈਨ ਤੋਂ ਜਾ ਰਿਹਾ। ਬਿਲਕੁਲ ਇਹਨਾਂ ਦੀ ਨਾਲ ਜਿਹੜੇ 2 ਸਾਥੀ ਸੀਗੇ ਜਿਹੜੇ ਕਿ ਹਸਪਤਾਲ ਦੇ ਵਿੱਚ ਇਸ ਵੇਲੇ ਭਰਤੀ ਹਨ, ਉਹ ਕਾਫੀ ਚਿਰ ਤੋਂ ਜਿਹੜੇ ਫਿਟ ਫॉर ਸਟੇਟਮੈਂਟ ਨਹੀਂ ਸੀਗੇ। ਪੁਲਿਸ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੀ ਹੈ। ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਨ ਉਪਰੰਤ ਤਫਤੀਸ਼ ਦੌਰਾਨ ਜਿੱਦਾਂ ਤੱਥ ਆਉਣਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਰ ਕਿੰਨੀਆਂ ਗੱਡੀਆਂ ਤੇ ਹਮਲਾਵਰ ਆਏ ਸੀ ਜਿਹੜੇ ਗੱਡੀਆਂ ਕਬਜ਼ੇ ਸੀ? ਹਜੇ ਤੱਕ ਜਿਹੜੀ 2 ਗੱਡੀਆਂ ਜਿਹੜੀ ਮੇਨ ਸਾਹਮਣੇ ਆ ਰਹੀਆਂ, ਇੱਕ ਕਰੋਲਾ ਗੱਡੀ ਹੈਗੀ ਹੈ ਤੇ ਇੱਕ ਵਾਈਟ ਜਿਹੜੀ ਬਲੈਰੋ ਗੱਡੀ ਹੈਗੀ ਹੈ। 2 ਗੱਡੀਆਂ ਤੇ ਜਿਹੜੇ ਹਮਲਾਵਰ ਸਾਹਮਣੇ ਆਏ। ਸਰ ਜਵਾਗੇ ਪਿੰਡ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਗੱਲ ਆਈ ਹੈ ਸਾਹਮਣੇ ਵੀ ਉਹਨਾਂ ਵੱਲੋਂ ਵੀਡੀਓ ਵੀ ਬਣਾਈ ਗਈ ਸੀ। ਕੁਝ ਇਹੋ ਜਿਹੇ ਲੋਕਾਂ ਤੋਂ ਮੋਬਾਈਲ ਵੀ ਕਵਰ ਕੀਤੇ ਗਏ ਨੇ ਜਿਨ੍ਹਾਂ ਦੇ ਨਹੀਂ ਬਿਲਕੁਲ ਅੱਜ ਪੂਰੀ ਜਿਹੜੀ ਸਿਟ ਦੀ ਟੀਮ ਹੈਗੀ ਹੈ ਉਹ ਜਵਾਰਕੇ ਪਿੰਡ ਜਿਹੜੀ ਜਾਊਗੀ। ਇਹਨੇ ਜਿਹੜੇ ਲੋਕਾਂ ਹੈਗੇ ਮੌਕੇ 'ਤੇ ਜਿਹੜੀ ਸ਼ਹਾਦਤ ਹੈਗੀ ਹੈ, ਜੋ ਵੀ ਕਾਨੂੰਨ ਅਨੁਸਾਰ ਪ੍ਰਕਿਰਿਆ ਹੈ ਉਹ ਅਸੀਂ ਇਕੱਠੀ ਕਰਾਂਗੇ, ਉਹਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ, ਤਫਤੀਸ਼ 'ਚ ਸ਼ਾਮਿਲ ਕਰਾਂਗੇ। ਸਰ ਕੋਈ ਬਿਸ਼ਨੋਈ ਨੂੰ ਵੀ ਜਿਹੜੀ ਹੈ ਮਾਨਸਾ ਪੁਲਿਸ ਲੈ ਆਈ ਸੀ ਇਲੈਕਸ਼ਨ ਦੌਰਾਨ। ਬਿਲਕੁਲ ਹਜੇ ਮੈਨੂੰ ਪਤਾ ਚੱਲਿਆ ਕਿ ਦਿੱਲੀ ਪੁਲਿਸ ਨੇ ਉਹਨਾਂ ਦਾ ਜਿਹੜਾ ਰਿਮਾਂਡ ਲਿਆ ਹੈਗਾ ਤੇ ਕਾਨੂੰਨ ਦੀ ਪ੍ਰਕਿਰਿਆ ਅਨੁਸਾਰ ਉਹਨਾਂ ਨੂੰ ਇਸ ਤਫਤੀਸ਼ ਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਤੇ ਜਿਹੜਾ ਉਹਨਾਂ ਦਾ ਰੋਲ ਹੈ ਉਹਦੇ ਮੁਤਾਬਿਕ ਜਿਹੜੀ ਤਫਤੀਸ਼ ਅਮਲ 'ਚ ਲਿਆਂਦੀ ਜਾਏਗੀ। ਪ੍ਰੋਡਕਸ਼ਨ ਮੰਗ ਲਿਆ ਗਿਆ ਉਸ ਦਾ ਬਿਸ਼ਨੋਈ ਦਾ? ਹਜੇ ਕਿਉਂਕਿ ਦਿੱਲੀ ਪੁਲਿਸ ਦੇ ਵਿੱਚ ਉਹ ਪ੍ਰੋਡਕਸ਼ਨ ਵਾਰੰਟ ਤੇ ਹੈ ਤੇ ਇਸ ਸਟੇਜ ਤੇ ਉਹ ਨਹੀਂ ਮੰਗਿਆ ਜਾ ਸਕਦਾ। ਜਦੋਂ ਮੌਕਾ ਆਊਗਾ ਤੇ ਉਹ ਕਾਰਵਾਈ ਅਮਲ 'ਚ ਅਸੀਂ ਲਿਆਵਾਂਗੇ। ਭਗਵਾਨਪੁਰੀ ਨੂੰ ਵੀ ਸਰ ਪ੍ਰੋਡਕਸ਼ਨ ਤੇ ਲਿਆ ਜਾਵੇਗਾ, ਉਸੇ ਮੰਗ ਕੀਤੀ ਜਾਵੇਗੀ। ਜੋ ਵੀ ਇਸ ਕੇਸ ਨਾਲ ਐਸੋਸੀਏਟਡ ਹੈ ਉਹ ਸਾਰਿਆਂ ਨੂੰ ਜਿਹੜੀ ਪ੍ਰੋਡਕਸ਼ਨ ਵਾਰੰਟ ਤੇ ਜ਼ਿਲ੍ਹਾ ਪੁਲਿਸ ਲੈ ਕੇ ਆਊਗੀ। ਸਰ ਜੇ ਟੋਟਲ ਇਨਵੈਸਟੀਗੇਸ਼ਨ ਦੀ ਗੱਲ ਕਰੀਏ ਤਾਂ ਹੁਣ ਓਕੂ ਨੂੰ ਜਿਹੜੇ ਇਹ 3 ਬੰਦੇ ਆ ਦਿੱਤੇ ਗਏ ਆ ਉਹ ਓਕੂ ਕਰ ਰਹੀ ਹੈ। ਬਿਲਕੁਲ ਉਹਨਾਂ ਦੀ ਜਿਹੜੀ ਪੁੱਛਗਿੱਛ ਵੱਖ-ਵੱਖ ਮਹਿਕਮਿਆਂ ਤੋਂ ਜਿਹੜੀ ਚੱਲ ਰਹੀ ਹੈ ਕਿ ਵੱਖ-ਵੱਖ ਐਂਗਲਾਂ ਤੋਂ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਸਾਨੂੰ ਕੋਈ ਵਧੀਆ ਲੀਡ ਉਹਨਾਂ ਤੋਂ ਵੀ ਮਿਲੇਗੀ। ਵੈਪਨ ਸੇ ਕੁਝ ਪਤਾ ਲੱਗ ਸਕਿਆ ਕਿ ਕਿੱਥੋਂ ਆਏ ਸੀਗੇ ਉਹਨਾਂ ਦੇ? ਅਸਲ ਦੋਸ਼ੀਆਂ ਤੇ ਫੜਨ ਉਪਰੰਤ ਹੀ ਇਹ ਗੱਲ ਕਲੀਅਰ ਕਰ ਪਾਵਾਂਗੇ। ਸੋ ਅੱਗੇ ਤਫਤੀਸ਼ ਦਾ ਕੀ ਰੁਖ ਰਹੇਗਾ? ਰੁਖ ਰਹੇਗਾ ਜੀ ਜਿਹੜੇ ਸੱਚੀ ਦੋਸ਼ੀ ਲੈ ਕੇ ਆਏ ਆ ਉਹਨਾਂ ਦੀ ਪ੍ਰੋਪਰ ਅਸੀਂ ਪੁੱਛਗਿੱਛ ਕਰਾਂਗੇ। ਤਕਨੀਕੀ ਸ਼ਹਾਦਤ ਤੋਂ ਜੋ ਸਾਨੂੰ ਇਨਪੁਟਸ ਮਿਲੇ ਹੈ ਉਹਦੇ ਆਧਾਰ ਤੇ ਜਿਹੜੀ ਅਗਲੇਰੀ ਤਫਤੀਸ਼ ਅਸੀਂ ਅਮਲ 'ਚ ਲਿਆਵਾਂਗੇ। ਸਰ ਦਿੱਲੀ ਪੁਲਿਸ ਵੱਲੋਂ ਜਦੋਂ ਸਲਮਾਨ ਨੂੰ ਪਕੜਿਆ ਗਿਆ ਤਾਂ ਕਹਿੰਦੇ ਵੀ ਪੰਜਾਬ ਪੁਲਿਸ ਨੂੰ ਪਹਿਲਾਂ ਇਨਫੋਰਮ ਕਰ ਦਿੱਤਾ ਗਿਆ ਸੀ ਵੀ ਸਿੱਧੂ ਮੂਸੇਵਾਲਾ ਟਾਰਗੇਟ ਤੇ ਹੈ, ਸਲਮਾਨ ਦੀ ਪੁੱਛਗਿੱਛ ਆਇਆ ਸੀ। ਕੀ ਮਾਨਸਾ ਪੁਲਿਸ ਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਪਹਿਲਾਂ ਦਿੱਲੀ ਪੁਲਿਸ ਵੱਲੋਂ ਆਈ ਹੈ ਇੰਟੈਲੀਜੈਂਸ ਵੱਲੋਂ? ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਹਨਾਂ ਨੂੰ ਜਿਹੜੇ ਗਨਮੈਨ ਜਿਹੜੇ ਪ੍ਰੋਵਾਈਡ ਕੀਤੇ ਗਏ ਸੀ ਇਸ ਕਰਕੇ ਕੀਤੇ ਗਏ ਸੀ ਕਿਉਂਕਿ ਇਹਨਾਂ ਨੂੰ ਕੋਈ ਨਾ ਕੋਈ ਥ੍ਰੈਟ ਸੀਗਾ, ਇਸ ਕਰਕੇ ਹੀ ਇਹਨਾਂ ਕੋਲ ਗਨਮੈਨ ਸੀਗੇ। ਸਰ ਇੱਕ ਸਿੱਧੂ ਮੂਸੇਵਾਲਾ ਦੇ ਘਰ ਤੋਂ ਜਿਹੜੇ ਉਹਦੇ ਕੈਮਰੇ ਲੱਗੇ ਆ ਉਹਨਾਂ ਦੀ ਸੀਸੀ ਫੁਟੇਜ ਖੰਗਾਲੀ ਗਈ ਹੈ। ਉਹਦੇ ਵਿੱਚ ਪਿਛਲੇ 3 ਦਿਨਾਂ ਤੋਂ ਜਿਹੜੀ ਇਹ ਲੋਰਾ ਗੱਡੀ ਹੈ, ਕਰੋਲਾ ਗੱਡੀ ਹੈ, ਇਹ ਪਾਈ ਗਈ ਹੈ ਵੀ 4-5 ਦਿਨਾਂ ਤੋਂ ਜਿਹੜੇ ਗੈਂਗਸਟਰ ਸੀਗੇ, ਜਿਹੜੇ ਹਮਲਾਵਰ ਸੀਗੇ ਉਹ ਮਾਨਸਾ 'ਚ ਰੈਕੀ ਕਰ ਰਹੇ ਸੀ। ਨਹੀਂ ਬਿਲਕੁਲ ਇਹ ਸਾਰਾ ਤਫਤੀਸ਼ ਦਾ ਪਾਰਟ ਹੈਗਾ, ਇਹ ਸਿੱਟ ਦੀ ਨੌਲੇਜ 'ਚ ਹੈਗਾ ਹੈ ਤੇ ਇਸ ਪਹਿਲੂ ਨੂੰ ਵੀ ਅਸੀਂ ਡੂੰਘਾਈ ਨਾਲ ਹੀ ਤਫਤੀਸ਼ ਕਰ ਰਹੇ ਹਾਂ। ਸਰ ਇੱਕ ਆਈ ਵਿਟਨੈਸ ਜਿਹੜਾ ਸਾਨੂੰ ਉੱਥੇ ਮਿਲੇ ਸੀਗੇ ਜਵਾਰਕੇ ਪਿੰਡ, ਉਹਨਾਂ ਨੇ तमाम ਚੀਜ਼ਾਂ ਦੱਸੀਆਂ ਕਿ ਉੱਥੇ ਮੌਜੂਦ ਸੀਗੇ 3 ਤਰ੍ਹਾਂ ਦੇ ਵੈਪਨ ਉਹਨਾਂ ਨੇ ਦੇਖੇ, 2 ਨਾਰਮਲ ਪਿਸਟਲ, ਇੱਕ ਐਡਵਾਂਸ ਵੈਪਨ, तमाम ਚੀਜ਼ਾਂ ਉਹਨਾਂ ਨੇ ਦੱਸੀਆਂ ਹੈਗੀਆਂ। ਤੇ ਹੋਰ ਕੋਈ ਆਈ ਵਿਟਨੈਸ ਜਿਹੜੇ ਹੈ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਰਹੇ ਹੋ? ਨਹੀਂ ਬਿਲਕੁਲ ਸਾਡੇ ਜਿਹੜੇ ਮੁਕੱਦਮੇ ਤੇ ਜਿਹੜੇ ਪ੍ਰਾਇਮਰੀ ਵਿਟਨੈਸ ਹੈਗੇ ਆ ਉਹਨਾਂ ਦੀ ਅਸੀਂ ਸਟੇਟਮੈਂਟਸ ਪ੍ਰੋਪਰ ਰਿਕਾਰਡ ਕਰਾਂਗੇ ਤੇ ਰਿਕਾਰਡ ਤੇ ਲਵਾਂਗੇ ਤੇ ਜਿਹੜੀ ਵੀ ਉਹਨਾਂ ਕੋਲ ਵੀਡੀਓਜ਼ ਹੈਗੇ ਉਹ ਸਾਡੇ ਲਈ ਬਹੁਤ ਅਹਿਮ ਹੈ, ਉਹਨਾਂ ਵੀ ਤਫਤੀਸ਼ 'ਚ ਅਸੀਂ ਸ਼ਾਮਿਲ ਕਰਾਂਗੇ। ਸੋ ਲੜਕਾ ਜਿਹੜਾ ਵੀਡੀਓ ਬਣਾ ਰਿਹਾ ਸੀ ਅਸੀਂ ਉਹਦਾ ਨਾਮ ਨਹੀਂ ਲੈਣਾ ਚਾਹਾਂਗੇ, ਲੇਕਿਨ ਉਸ ਦਾ ਮੋਬਾਈਲ ਹੈ ਜਿਹੜਾ ਕਹਿ ਰਿਹਾ ਸੀ ਉਸ 'ਤੇ ਵੀ ਫਾਇਰ ਕੀਤੇ ਗਏ ਜਦੋਂ ਉਹਨਾਂ ਨੇ ਦੇਖਿਆ ਅਟੈਕਰਸ ਨੇ ਕਿ ਉਹ ਵੀਡੀਓ ਬਣਾ ਰਿਹਾ, ਉਹ ਵੀਡੀਓ 'ਚ ਕੁਝ ਸਾਹਮਣੇ ਨਿਕਲ ਕੇ ਆਇਆ ਖਾਸ? ਜਿਵੇਂ ਕਿ ਪਹਿਲਾਂ ਵੀ ਦੱਸਿਆ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰਾਂਗੇ, ਜੋ ਵੀਡੀਓ ਦੇ ਵਿੱਚ ਆਉਂਦਾ ਹੈ, ਜੋ ਨਹੀਂ ਸਟੇਟਮੈਂਟ 'ਚ ਆਉਂਦਾ ਹੈ ਉਹਦੇ ਹਿਸਾਬ ਨਾਲ ਤਫਤੀਸ਼ 'ਚ ਉਹਨੂੰ ਅਮਲ 'ਚ ਲਿਆਵਾਂਗੇ। ਉਹ ਵੀਡੀਓ ਤੁਸੀਂ ਵੇਖੀ ਹੋਣੀ ਹੈ, ਕੁਝ ਨਹੀਂ ਨਿਕਲ ਕੇ ਆਇਆ ਫਿਰ ਹਜੇ ਤੱਕ ਉਸ 'ਚ?
ਮੈਨੂੰ ਤੁਸੀਂ ਬਾਅਦ 'ਚ ਵੀਡੀਓ ਦਿਖਾ ਦਿਓ, ਅਸੀਂ ਬਾਅਦ 'ਚ ਗੱਲ ਕਰ ਸਕਦੇ ਹਾਂ। ਮੋਬਾਈਲ ਦੱਸਿਆ ਜਾ ਰਿਹਾ ਹੈ ਪੁਲਿਸ ਕੋਲ ਹੀ ਹੈਗਾ, ਪੁਲਿਸ ਮੁਲਾਜ਼ਮ ਲੈ ਗਏ ਸੀ ਮੋਬਾਈਲ ਉਸ ਤੋਂ। ਸਰ ਜੋ ਸਿੱਧੂ ਮੂਸੇਵਾਲੇ ਦਾ ਲਾਇਸੈਂਸੀ ਪਿਸਟਲ ਬਰਾਮਦ ਕੀਤਾ ਗਿਆ ਉਹ ਕੌਕ ਹੋਇਆ ਸੀਗਾ। ਕੀ ਸਿੱਧੂ ਮੂਸੇਵਾਲੇ ਨੇ ਆਪਦੇ ਵੱਲੋਂ ਜਿਹੜਾ ਮੁਕਾਬਲਾ ਵੀ ਕੀਤਾ, ਕਿੰਨੇ ਗਨ ਫਾਇਰ ਚਲਾਏ ਆ ਸਿੱਧੂ ਮੂਸੇਵਾਲੇ ਨੇ? ਨਹੀਂ ਬਿਲਕੁਲ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ, ਅਸੀਂ ਤੁਹਾਨੂੰ ਛੇਤੀ ਕਲੀਅਰ ਕਰਕੇ ਦੱਸ ਦਾਂਗੇ। ਤੇ ਜੇ ਤੁਸੀਂ ਮੌਕੇ ਤੇ ਪੁੱਜੇ ਸੀਗੇ ਜਿੱਥੇ ਵਾਰਦਾਤ ਹੋਈ ਸੀ, ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਨਾਕਾਬੰਦੀ ਕਰ ਲਈ ਗਈ ਸੀਗੀ ਇਲਾਕੇ ਦੀ? ਨਾਕਾਬੰਦੀ ਇਮੀਡੀਏਟਲੀ ਹੋ ਗਈ ਸੀ, ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ ਦੀ ਜਿਹੜੀ ਨਾਕਾਬੰਦੀ ਕਰ ਦਿੱਤੀ ਗਈ ਸੀ। ਫਿਰ ਅੱਗੇ ਪਿੰਡ ਨੇ ਨਾਕਾਬੰਦੀ ਜਿਹੜਾ ਹੈ ਸਮੇਂ ਸਿਰ ਦੱਸਿਆ ਜਾ ਰਿਹਾ ਨਹੀਂ ਕੀਤੀ ਗਈ। ਡੀਜੀਪੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਤੁਹਾਡੇ ਤੋਂ ਜਵਾਬ ਮੰਗਿਆ ਇਸ ਨੂੰ ਲੈ ਕੇ। ਇਹ ਗਲਤ ਇਨਫੋਰਮੇਸ਼ਨ ਹੈ ਜੀ ਥੈਂਕ ਯੂ ਸਰ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਬੁੱਧਵਾਰ ਨੂੰ ਢਿਲਵਾਂ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਹਨਾਂ ਦੀ ਨਿੱਜੀ ਗੱਡੀ ਹਾਦਸਾਗ੍ਰਸਤ ਹੋ ਗਈ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਧਾਇਕ ਡਾਕਟਰ ਜਸਵੀਰ ਸਿੰਘ ਆਪਣੀ ਨਿੱਜੀ ਕਾਰ ਤੇ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਿਵੇਂ ਹੀ ਉਹ ਢਿਲਵਾਂ ਬੱਸ ਅੱਡੇ ਦੇ ਨੇੜੇ ਪਹੁੰਚੇ, ਉਹਨਾਂ ਦੀ ਗੱਡੀ ਨੇ ਅੱਗੇ ਜਾ ਰਹੀ i20 ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਘਟਨਾ ਸਥਾਨ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਾਰਨ ਬੇਕਾਬੂ ਹੋ ਕੇ ਪਹਿਲਾਂ ਫੁੱਟਪਾਥ ਨਾਲ ਟਕਰਾਈ ਅਤੇ ਫਿਰ ਟਾਇਰ ਫਟ ਜਾਣ ਕਾਰਨ ਗੱਡੀ ਕਰੀਬ 200 ਫੁੱਟ ਅੱਗੇ ਜਾ ਕੇ ਸੜਕ ਕਿਨਾਰੇ ਖੜੀ ਇੱਕ ਜ਼ੈਨ ਕਾਰ ਤੇ ਟਰੈਕਟਰ ਟਰਾਲੀ 'ਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ, ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਧਾਇਕ ਸਮੇਤ ਸਾਰੇ ਸਵਾਰ ਵਾਲ-ਵਾਲ ਬਚ ਗਏ ਹਨ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਹੈ। ਤੁਸੀਂ ਇਸ ਜਗ੍ਹਾ ਤੇ ਆਏ ਹੋ, ਕਿਵੇਂ ਆਏ ਤੁਸੀਂ? ਭਾਈ ਆ ਮੇਰੇ ਆਪਣਾ ਚਾਚਾ ਜੀ ਦਿੱਲੀ ਤੋਂ ਆ ਰਹੇ ਸੀ ਗੱਡੀ ਤੇ ਪਿੱਛੋਂ ਐਮਐਲਏ ਦੀ ਗੱਡੀ ਆਈ। ਆਪ ਦਾ ਐਮਐਲਏ ਸੀ ਜਸਬੀਰ ਸਿੰਘ ਸੰਧੂ। ਉਹਨਾਂ ਨੇ ਗੱਡੀ ਬਹੁਤ ਜ਼ਿਆਦਾ ਹਾਈ ਸਪੀਡ 'ਚ ਹੈਗੀ ਸੀ, 150 ਤੋਂ ਪਲੱਸ ਸਪੀਡ ਸੀ ਗੱਡੀ ਦੀ। ਉਹਨਾਂ ਨੇ i20 ਨੂੰ ਸਾਈਡ ਦੇ ਦਿੱਤੀ। ਗੱਡੀ ਦੀਆਂ 4 ਤੋਂ 5 ਉਲਟ ਬਾਜੀਆਂ ਪਈਆਂ ਨੇ ਗੱਡੀ ਦੀਆਂ ਤੇ ਇਹਨਾਂ ਦੀ ਗੱਡੀ ਸਿੱਧੀ ਜਾ ਕੇ ਟਰਾਲੀ 'ਚ ਜਾ ਕੇ ਵੱਜੀ ਆ ਤੇ ਇਹਨਾਂ ਨੇ ਆਊਟ ਆਫ ਕੰਟਰੋਲ ਹੀ ਇਹਨਾਂ ਦੀ ਗੱਡੀ। ਇਹਨਾਂ ਕੋਈ ਪੁੱਛਗਿੱਛ ਨਹੀਂ ਕੀਤੀ, ਨਿਕਲਣ ਦੀ ਕੀਤੀ ਆ। ਉੱਤੋਂ ਗੱਡੀ ਦੀਆਂ ਨੰਬਰ ਪਲੇਟਾਂ ਲਾ ਕੇ ਲੈ ਗਏ ਆ। ਕੋਈ ਇਹਨਾਂ ਨੇ ਕਲੇਮ ਦੀ ਗੱਲ ਨਹੀਂ ਕੀਤੀ, ਕੋਈ ਬੰਦਿਆਂ ਨੂੰ ਨਹੀਂ ਦੇਖਿਆ, ਹਾਲ ਚਾਲ ਨਹੀਂ ਪੁੱਛਿਆ। ਬੰਦਿਆਂ ਤੇ ਸੱਟਾਂ ਲੱਗੀਆਂ ਨੇ, ਬਸ ਨਿਕਲ ਗਏ ਨੇ ਇੱਥੋਂ। ਦੋ ਬੰਦਿਆਂ ਤੇ ਜ਼ਿਆਦਾ ਸੱਟਾਂ ਲੱਗੀਆਂ ਨੇ ਸਾਡੀਆਂ ਤੇ ਇਸ ਕਰਕੇ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਵੀ ਸਾਨੂੰ ਸਾਡੀ ਗੱਡੀ ਦਾ ਕਲੇਮ ਦਿੱਤਾ ਜਾਵੇ, ਨਾਲ ਬੰਦੇ ਜਿਹੜੇ ਸਾਡੇ ਇੰਜਰਡ ਹੋਏ ਨੇ ਉਹਨਾਂ ਦਾ ਵੀ ਸਾਡੇ ਮੁਆਵਜ਼ਾ ਦਿੱਤਾ ਜਾਵੇ। ਮਤਲਬ ਤੁਹਾਨੂੰ ਸ਼ਿਕਾਇਤ ਆ ਵੀ ਵਿਧਾਇਕ ਸਾਹਿਬ ਨੇ ਇਨਸਾਨੀਅਤ ਨਾਤੇ ਵੀ ਕਿਸੇ ਦਾ ਹਾਲ ਚਾਲ ਨਹੀਂ ਪੁੱਛਣ ਦੀ ਕੋਈ ਕੋਸ਼ਿਸ਼? ਇਨਸਾਨੀਅਤ ਨਾਲ ਤੇ ਕੋਈ ਹਾਲ ਚਾਲ ਨਹੀਂ ਪੁੱਛਿਆ। ਇਹ ਆਪਦੇ ਐਮਐਲਏ ਨੇ ਜਸਬੀਰ ਸਿੰਘ ਸੰਧੂ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਗੱਡੀ ਦਾ ਮਤਲਬ ਕਿੰਨਾ ਕੁ ਨੁਕਸਾਨ ਹੋਇਆ? ਗੱਡੀ ਭਾਜੀ ਸਾਡੀ ਟੋਟਲ ਲਾਸ 'ਚ ਚਲ ਗਈ ਹੈ ਗੱਡੀ। ਜਿਹੜੀ ਵਿਧਾਇਕ ਸਾਹਿਬ ਦੀ ਗੱਡੀ ਉਹਦਾ ਕਿੰਨਾ ਕੁ ਨੁਕਸਾਨ ਹੋਇਆ? ਉਹਨਾਂ ਦਾ ਤਾਂ ਥੋੜਾ ਨੁਕਸਾਨ ਹੋਇਆ, ਉਹਨਾਂ ਦੀ ਤਾਂ ਨਵੀਂ ਗੱਡੀ, ਉਹਨਾਂ ਨੂੰ ਕਲੇਮ ਇੰਸ਼ੋਰੈਂਸ 'ਚ ਹੋਏ ਨਾ। ਸਾਡੀ ਗੱਡੀ ਟੋਟਲ ਲਾਸ 'ਚ ਚਲ ਗਈ, ਸਾਨੂੰ ਕਲੇਮ ਦਿੱਤਾ ਜਾਵੇ। ਸਰ ਜਿਹੜੀ ਅੱਜ ਦੋ ਕਾਰਾਂ ਦਰਮਿਆਨ ਟੱਕਰ ਹੋਈ ਆ, ਕਿਵੇਂ ਹੋਈ ਸੀ? ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾ ਰਹੀਆਂ ਸੀਗੀਆਂ ਦੋਨੋਂ ਗੱਡੀਆਂ। ਅੱਗੇ ਪਿੱਛੇ ਹੀ ਜਾ ਰਹੀਆਂ ਸੀਗੀਆਂ। ਅੱਗੇ ਕਿਤੇ ਅਚਾਨਕ ਕੋਈ ਪਸ਼ੂ ਆ ਗਿਆ। ਜਿਹੜੀ ਇਨੋਵਾ ਕਾਰ ਸੀਗੀ ਜਿਹੜੀ ਉਹ ਡਿਸਬੈਲੈਂਸ ਹੋ ਗਈ। ਡਿਸਬੈਲੈਂਸ ਹੋਣ ਕਰਕੇ ਉਹਨੂੰ ਪਸ਼ੂ ਨੂੰ ਬਚਾਉਣ ਕਰਕੇ ਉਹ ਦੂਸਰੀ ਜਿਹੜੀ i20 ਗੱਡੀ ਸੀ ਉਹਦੇ ਨਾਲ ਟਕਰਾ ਗਈ। i20 ਦੀ ਵੀ ਪਲਟੀ ਵੱਜ ਗਈ, ਉਹਦਾ ਕਾਫੀ ਨੁਕਸਾਨ ਹੋਇਆ। ਤੇ ਜਿਹੜੀ i20 ਜਿਹੜੀ ਹੈਗੀ ਸੀ ਇਨੋਵਾ ਗੱਡੀ ਜਿਹੜੀ ਸੀਗੀ ਡਾਕਟਰ ਜਸਵੀਰ ਸਿੰਘ ਹੋਣਾ ਦੀ ਹੈ ਜਿਹੜੇ ਐਮਐਲਏ ਅੰਮ੍ਰਿਤਸਰ ਨੇ, ਤੇ ਉਹ ਵੀ ਵਿੱਚ ਬੈਠੇ ਹੋਏ ਸੀਗੇ। ਉਹ ਗੱਡੀ ਸਿੱਧੀ ਅੱਗੇ ਟਰਾਲੀ ਦੇ ਵਿੱਚ ਜਾ ਵੱਜੀ। ਟਰਾਲੀ 'ਚ ਵੱਜ ਕੇ ਰੁਕਣ ਕਰਕੇ ਫਿਰ ਬਚਾਅ ਹੋ ਗਿਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਲੇਕਿਨ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ। ਧੰਨਵਾਦ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ। ਨੈਸ਼ਨਲ ਹੈਰਾਲਡ ਕੇਸ ਨੂੰ ਜਾਂਚ ਏਜੰਸੀ ਨੇ 2015 ਵਿੱਚ ਬੰਦ ਕਰ ਦਿੱਤਾ ਸੀ। ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਜਵਾਹਰ ਲਾਲ ਨਹਿਰੂ ਨੇ 1942 ਵਿੱਚ ਨੈਸ਼ਨਲ ਹੈਰਾਲਡ ਅਖਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਅੰਗਰੇਜ਼ਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਅੱਜ ਮੋਦੀ ਸਰਕਾਰ ਵੀ ਉਹੀ ਕਰ ਰਹੀ ਹੈ ਅਤੇ ਇਸ ਲਈ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਈਡੀ ਨੇ ਇਸ ਕਰਕੇ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਹੈ। आपकी अनुमति है तो शुरू करें। आज की इस पत्रकार वार्ता का सार है जो आदरणीय सिंघवी साहब और मैं हम आपके बीच में एक महत्वपूर्ण विषय लेकर आए हैं। डरेंगे नहीं, झुकेंगे नहीं, सीना ठोक कर लड़ेंगे। अंग्रेजी हुकूमत को जड़ से उखाड़ने के लिए
भारतीय राष्ट्रीय कांग्रेस ने साल 1937 में नेशनल हेरल्ड अखबार निकाला, जिसके प्रणेता थे महात्मा गांधी, पंडित नेहरू, सरदार पटेल, श्री पुरुषोत्तम दास टंडन, आचार्य नरेंद्र देव, रफी अहमद किदवई, ये लोग थे। अंग्रेजों को इस अखबार से इतना खतरा महसूस हुआ कि उन्होंने 1942 में भारत छोड़ो आंदोलन के दौरान नेशनल हेरल्ड पर बैन लगा दिया, जो 1945 तक चलता रहा। आजादी के आंदोलन की आवाज बने इस अखबार का मूल मंत्र तब और अब दोनों समय था, आजादी खतरे में है, अपनी पूरी ताकत से इसकी रक्षा करें। आज फिर उस समय की अंग्रेजी हुकूमत का समर्थन करने वाली विचारधारा आजादी के आंदोलन की इस आवाज को दबाने का घिनौना षड्यंत्र कर रही है। इस षड्यंत्र के मुखिया स्वयं प्रधानमंत्री श्री नरेंद्र मोदी हैं और उनका हथियार उनका चहेता और पालतू ईडी है। देश को गुमराह करने के लिए आए दिन मुद्दों को भटकाने की राजनीति में माहिर मोदी सरकार अब बदले की भावना में अंधी हो गई है। जिस मानसिकता ने अंग्रेजों का साथ दिया था, आज गुलामी की प्रतीक वो मानसिकता आजादी की कुर्बानियों से प्रतिशोध ले रही है। इस बार उन्होंने एक नई कायराना व डरपोक साजिश की है। नेशनल हेरल्ड मामले में अब प्रधानमंत्री श्री नरेंद्र मोदी ने कांग्रेस अध्यक्षा श्रीमती सोनिया गांधी जी व हमारे नेता श्री राहुल गांधी जी को ईडी से नोटिस जारी करवाया है। साफ है कि तानाशाह डर गया है। साफ है कि शासन के सब मोर्चों पर अपनी नाकामियों को छुपाने में विफल तानाशाह छटपटा रहा है। देश को गुमराह करने के लिए भारतीय राष्ट्रीय कांग्रेस के नेतृत्व के खिलाफ एक घिनौना और कायरतापूर्ण षड्यंत्र रचा जा रहा है। 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਕਦਮ ਉਠਾਏ ਜਾ ਰਹੇ ਹਨ, ਉੱਥੇ ਹੀ ਪਟਿਆਲਾ ਵਿਖੇ ਵੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਅਤੇ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਪੁਲਿਸ ਵੱਲੋਂ ਸਖਤ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਸਐਸਪੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਉਹਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ। ਘੱਲੂਘਾਰੇ ਦੀ ਤਿਆਰੀ ਦੇ ਸਿਕਿਉਰਿਟੀ ਪ੍ਰੋਗਰਾਮ ਜਾਰੀ ਕਰ ਦਿੱਤੇ ਗਏ ਨੇ। ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਨਾਕੇ ਲਗਾਏ ਗਏ ਨੇ। ਸ਼ਹਿਰ ਤੋਂ ਇਲਾਵਾ ਇੰਟਰ ਸਟੇਟ ਤੇ ਇੰਟਰ ਬਾਰਡਰ ਨਾਕੇ ਵੀ ਲਗਾਏ ਗਏ ਨੇ, ਜਿਹੜੇ ਕਿ 24 ਘੰਟੇ ਚੱਲਦੇ ਨੇ। ਨਾਕੇ ਦੀ ਸੁਪਰਵਿਜ਼ਨ ਜਿਹੜੀ ਹੈਗੀ ਗੈਸਟਡ ਅਫਸਰ ਕਰ ਰਹੇ ਨੇ। ਨਾਕੇ ਤੇ ਐਸਐਚਓਜ਼ ਤੇ ਬਾਕੀ ਥਾਣੇ ਦੀ ਫੋਰਸ ਵੀ ਹਾਜ਼ਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲਾਈਨ ਦੇ ਵਿੱਚ ਜਿਹੜੇ ਇੰਸਪੈਕਟਰ ਸਬ ਇੰਸਪੈਕਟਰ ਹੈਗੇ, ਉਹ ਵੀ ਲਾਅ ਐਂਡ ਆਰਡਰ ਡਿਊਟੀਜ਼ ਦੇ ਵਿੱਚ ਡਿਪਲੋਏ ਕੀਤੇ ਗਏ ਨੇ। ਇਸ ਤੋਂ ਇਲਾਵਾ ਆਈਟੀਬੀਪੀ ਦੀ ਇੱਕ ਕੰਪਨੀ ਸਾਡੇ ਕੋਲ ਬਾਹਰੋਂ ਆਈ ਹੈ, ਜੋ ਕਿ ਅਸੀਂ ਰਿਲੀਜੀਅਸ ਪਲੇਸਿਸ ਦੀ ਸੁਰੱਖਿਆ ਲਈ ਡਿਪਲੋਏ ਕੀਤੀ ਹੈ। ਇਸ ਤੋਂ ਇਲਾਵਾ ਤਕਰੀਬਨ 150 ਬੰਦਾ ਸਾਨੂੰ ਬਾਹਰੋਂ ਮਿਲਿਆ, ਜਿਹਦੇ ਵਿੱਚ ਕਮਾਂਡੋ ਦਾ ARP ਦਾ ਬੰਦਾ ਸ਼ਾਮਿਲ ਹੈ। ਜੋ ਵੀ ਇਸ ਪ੍ਰੋਗਰਾਮ ਦੇ ਵਿੱਚ 1500 ਮੁਲਾਜ਼ਮ ਸਾਡੀ ਲੋਕਲ ਪੁਲਿਸ ਦਾ, ਉਸ ਤੋਂ ਇਲਾਵਾ ਇਹ ਫੋਰਸ ਐਡੀਸ਼ਨਲ ਡਿਪਲੋਏ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵਾਂ ਉਪਰਾਲਾ ਅਸੀਂ ਇਹ ਕਰ ਰਹੇ ਹਾਂ ਐਤਕੀ ਕਿ ਜਿਹੜੀ PCR ਵਹੀਕਲਸ ਹੈਗੀ, ਉਹਨਾਂ ਤੇ ਅਸੀਂ ਕੈਮਰੇ ਫਿੱਟ ਕਰਾ ਰਹੇ ਹਾਂ। ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇੱਕ PCR ਟਵੇਰਾ ਵਹੀਕਲ ਜਿਹੜੀ ਕਿ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਖੜੀ ਹੁੰਦੀ ਹੈ, ਉਹ 'ਤੇ ਪਾਇਲਟ ਅਸੀਂ ਸ਼ੁਰੂ ਕੀਤਾ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਬਾਕੀ ਵੀ ਇੰਪਲੀਮੈਂਟ ਕਰਾ ਦਈਏ। ਇਸ ਤੋਂ ਇਲਾਵਾ ਲਾਅ ਐਂਡ ਆਰਡਰ ਦੇ ਵਿੱਚ ਜਿਹੜੇ ਲਾਈਵ ਕੈਮਰਾ ਫੁਟੇਜ ਦੀ ਲੋੜ ਹੁੰਦੀ ਹੈ, ਉਹਦੇ ਲਈ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ। ਉਸ ਇਨੀਸ਼ੀਏਟਿਵ ਦੇ ਵਿੱਚ ਇੱਕ ਪੋਰਟੇਬਲ ਕੈਮਰੇ ਅਸੀਂ ਬਣਾਏ हैं, ਜੋ ਕਿ ਕਾਲੀ ਮਾਤਾ ਮੰਦਿਰ ਦੇ ਵਿੱਚ ਅਸੀਂ ਉਹਦੀ ਪਾਇਲਟ ਟਰਾਇਲ ਕਰਕੇ ਦੇਖ ਰਹੇ ਹਾਂ। ਸਰ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪੁਲਿਸ ਵੱਲੋਂ ਹਿੰਦੂ ਸੰਸਥਾਵਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇਸ ਸੰਬੰਧ ਨੂੰ ਲੈ ਕੇ। ਪਟਿਆਲੇ ਵਿੱਚ ਵੀ ਹੈ ਕੁਝ ਇਸ ਤਰ੍ਹਾਂ ਦਾ ਜੀ? ਜਿਹੋ ਜਿਹੇ ਹਾਲਾਤ ਹੋਣਗੇ, ਜੋ ਕੰਡੀਸ਼ਨ ਹੋਊਗੀ, ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਾਈ ਜਾਏਗੀ। ਪਰ ਹਿੰਦੂ ਜਥੇਬੰਦੀਆਂ ਵਿਦਰਾਅ ਕਰ ਰਹੀਆਂ ਕਿ ਅਸੀਂ ਕੋਈ ਉਹ ਰੋਸ ਮੁਜ਼ਾਹਰਾ ਨਹੀਂ ਕਰਾਂਗੇ। ਉਹਦੇ ਸੰਬੰਧ ਕੀ ਹੈ? 6 ਜੂਨ ਦਾ ਜਿਹੜਾ ਮੈਂ ਕਿਹਾ ਪੁਲਿਸ ਜਿਹੜੀ ਹੈਗੀ ਹਰ ਇੱਕ ਜਥੇਬੰਦੀ ਨਾਲ ਗੱਲਬਾਤ ਕਰੀ, ਪ੍ਰਸ਼ਾਸਨ ਸਾਰੇ ਗੱਲਬਾਤ ਕਰ ਰਿਹਾ। ਜਿਹੋ ਜਿਹੀ ਸੂਰਤ ਹਾਲ ਹੋਏਗਾ, ਉਹ ਜੀ ਕਾਰਵਾਈ ਕੀਤੀ ਜਾਏਗੀ। ਠੀਕ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਨੂੰ ਮਿਲਿਆ। ਇਸ ਵਫਦ ਵਿੱਚ CLP ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਸਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁੱਦੇ ਤੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਹੋਈ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ ਦਾ ਕੀ ਹਾਲ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ DGP ਪੰਜਾਬ ਤੇ ਮੁੱਖ ਮੰਤਰੀ ਪੰਜਾਬ ਸਹੀ ਢੰਗ ਨਾਲ ਕੰਮ ਕਰਦੇ ਤਾਂ ਸਿੱਧੂ ਮੂਸੇਵਾਲਾ ਦੀ ਜਾਨ ਬਚ ਸਕਦੀ ਸੀ। ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਾਨ ਸਾਨੀ ਲੁਧਿਆਣਵੀ ਨੇ ਸਿੱਧੂ ਮੂਸੇਵਾਲਾ ਦੇ ਘਰ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦਾ ਮੁਕੱਦਮਾ ਫਾਸਟ ਟਰੈਕ ਅਦਾਲਤ ਵਿੱਚ ਚਲਾ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਕਤਲ ਉਸ ਸਮੇਂ ਹੋਇਆ ਹੈ ਜਦੋਂ ਪੰਜਾਬ ਦੀ ਨਵੀਂ ਸਰਕਾਰ ਤੇ ਲੋਕਾਂ ਨੇ ਚੰਗੀਆਂ ਉਮੀਦਾਂ ਲਗਾਈਆਂ ਸਨ। ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਨਾਲ ਹੋਰ ਭਾਈਚਾਰੇ ਦੇ ਲੋਕ ਵੀ ਗਮਜ਼ਦਾ ਹਨ। ਉਹਨਾਂ ਕਿਹਾ ਕਿ ਦਹਾਕਿਆਂ ਤੱਕ ਲੋਕ ਇਸ ਪੀੜ ਨੂੰ ਮਹਿਸੂਸ ਕਰਨਗੇ, ਜਦਕਿ ਮਾਂ-ਬਾਪ ਤੇ ਜੋ ਬੀਤ ਰਹੀ ਹੈ ਉਸ ਨੂੰ ਸਮਝਣਾ ਮੁਸ਼ਕਿਲ ਹੈ। ਸੁਰੱਖਿਆ ਕਟੌਤੀ ਦੇ ਮੁੱਦੇ ਤੇ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਇਸ ਨੂੰ ਸੋਸ਼ਲ ਮੀਡੀਆ ਤੇ ਨਸ਼ਰ ਕਰਨਾ ਬਹੁਤ ਵੱਡੀ ਖਾਮੀ ਹੈ। ਉਹਨਾਂ ਕਿਹਾ ਕਿ ਜਿਹੜੇ ਅਫਸਰਾਂ ਨੇ ਇਸ ਨੂੰ ਸੋਸ਼ਲ ਮੀਡੀਆ ਤੇ ਨਸ਼ਰ ਕੀਤਾ ਹੈ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਹੋਵੇ। ਐਸੇ ਸਮੇਂ ਦੇ ਵਿੱਚ ਇਹ ਕਤਲ ਹੋਇਆ ਜਦੋਂ ਅਸੀਂ ਇੱਕ ਨਵੀਂ ਸਰਕਾਰ ਤੋਂ ਬਹੁਤ ਚੰਗੀਆਂ ਉਮੀਦਾਂ ਸਾਡੇ ਵਰਗੇ ਲੋਕਾਂ ਨੇ ਵੀ ਲਗਾਈਆਂ ਹੋਈਆਂ ਨੇ ਔਰ ਇਹ ਕੋਈ ਛੋਟਾ ਮੋਟਾ ਸਦਮਾ ਨਹੀਂ ਹੈ। ਤੁਸੀਂ ਅਗਰ ਇਹਨੂੰ ਸਮਝਦੇ ਹੋ ਕਿ ਵੀ ਇਹ ਇੱਕ ਆਮ ਜੀ ਗੱਲ ਹੈ ਜਿੱਦਾਂ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਦੁੱਖ ਹੈ ਮੂਸੇਵਾਲੇ ਦਾ ਜਿਹੜਾ ਕਤਲ ਹੈ ਇਹ ਪੂਰੀ ਵਿਸ਼ਵ 'ਚ ਵਸਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਨੂੰ ਇਹਨੇ ਇੱਕ ਵਾਰੀ ਝੰਜੋੜ ਕੇ ਰੱਖ ਦਿੱਤਾ। ਇਹ ਇਕੱਲਾ ਭਾਰਤੀ ਪੰਜਾਬ ਦੀ ਗੱਲ ਨਹੀਂ ਹੈ, ਪੂਰੀ ਦੁਨੀਆ 'ਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਔਰ ਪੰਜਾਬੀਆਂ ਦੇ ਨਾਲ ਜਿਹੜੇ ਹੋਰ ਲੋਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਦਿਲ ਜਿਹੜਾ ਹੈ ਉਹ ਬੁਰੀ ਤਰ੍ਹਾਂ ਗਮਜ਼ਦਾ ਹੈ। ਲੱਖਾਂ ਅੱਖਾਂ ਇੱਥੇ ਅਗਰ ਰੋਈਆਂ ਤੇ ਮੈਂ ਸਮਝਦਾ ਕਿ ਸ਼ਾਇਦ ਪੰਜਾਬ ਦਾ ਕੋਈ ਘਰ ਐਸਾ ਨਹੀਂ ਹੋਏਗਾ ਕਿ ਜਿੱਥੇ ਘਰ ਦੇ ਵਿੱਚ, ਮੈਂ ਆਪਣੇ ਘਰ ਦੀ ਹੀ ਗੱਲ ਦੱਸਣਾ ਚਾਹੁੰਦਾ ਕਿ ਅਕਸਰ ਕੱਲ ਵੀ ਮੈਂ ਮੇਰੇ ਅਜ਼ੀਜ਼ ਮੁਸਤਕੀਮ ਭਾਈ ਆਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਘਰਦਿਆਂ ਨੂੰ ਸਾਰਿਆਂ ਨੂੰ ਚੁੱਪ ਕਰਾਓ, ਕੋਈ ਨਹੀਂ, ਲੇਕਿਨ ਹੁਣ ਸਬਰ ਦਾ ਸਮਾਂ ਜਿਹੜਾ ਹੈ ਉਹ ਆ ਗਿਆ। ਲੇਕਿਨ ਮੈਂ ਕਹਿਣਾ ਚਾਹੁੰਦਾ ਇਹ ਦੁੱਖ ਦਹਾਕਿਆਂ ਤੱਕ ਯਾਦ ਕੀਤਾ ਜਾਏ। ਕੋਈ ਇਹ ਸਮਝਦਾ ਕਿ ਇੱਕ ਦੋ ਦਿਨ ਦੀ ਗੱਲ ਹੈ, ਇੱਕ ਦੋ ਦਿਨ ਦੀ ਗੱਲ ਨਹੀਂ, ਦਹਾਕਿਆਂ ਤੱਕ ਲੋਕ ਇਹਦੀ ਪੀੜ ਨੂੰ ਮਹਿਸੂਸ ਕਰਨਗੇ। ਇਕੱਲੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨਹੀਂ, ਉਹਨਾਂ ਦਾ ਦੁੱਖ ਤਾਂ ਕੋਈ ਸਮਝ ਨਹੀਂ ਸਕਦਾ। ਜੋ ਮਾਂ ਪਿਓ ਤੇ ਬੀਤ ਰਹੀ ਹੈ ਉਹਨੂੰ ਕੋਈ ਸਮਝ ਨਹੀਂ ਸਕਦਾ, ਲੇਕਿਨ ਪੂਰਾ ਪੰਜਾਬ ਜਿਹੜਾ ਇਹਦੇ ਦੁੱਖ ਨੂੰ ਮਹਿਸੂਸ ਕਰੇਗਾ। ਸ਼ਾਹੀ ਇਮਾਮ ਸਾਹਿਬ, ਤੁਹਾਡੀ ਵੀ ਸੁਰੱਖਿਆ ਵਾਪਸ ਲੈ ਲਿੱਤੀ ਜਾਂਦੀ ਹੈ ਸਿੱਧੂ ਮੂਸੇ ਦੇ ਨਾਲ ਹੀ ਔਰ ਉਸ ਤੋਂ ਬਾਅਦ ਕੱਲ ਬਹਾਲ ਕਰ ਦਿੱਤੀ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਸਰਕਾਰ ਉਦੋਂ ਹੀ ਜਾਗਦੀ ਹੈ ਜਦੋਂ ਕੋਈ ਹਾਦਸਾ ਵਾਪਰਦਾ? ਸੁਰੱਖਿਆ ਬਾਰੇ ਤਾਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਮੈਂ ਬਚਪਨ ਤੋਂ, ਮੇਰੇ ਫਾਦਰ ਸਾਹਿਬ ਵੀ ਸ਼ਾਹੀ ਇਮਾਮ ਰਹੇ, ਮੇਰੇ ਦਾਦਾ ਵੀ, ਅਸੀਂ ਇਸ ਛਤਰੀ ਨੂੰ ਬਚਪਨ ਤੋਂ ਦੇਖ ਰਹੇ ਔਰ ਅਕਸਰ ਇਹ ਹੁੰਦਾ ਕਿ ਕਦੀ ਘਟਾ ਦਿੱਤੀ ਜਾਂਦੀ, ਕਦੀ ਵਧਾ ਦਿੱਤੀ ਜਾਂਦੀ, ਕਦੀ ਸਰਕਾਰਾਂ ਆਉਂਦੀਆਂ ਆਪਣੇ ਆਪਣੇ ਹਿਸਾਬ ਨਾਲ ਕੰਮ ਕਰਦੀਆਂ, ਲੇਕਿਨ ਅੱਜ ਤੱਕ ਕਦੀ ਇਹ ਨਹੀਂ ਹੋਇਆ ਸੀ ਕਿ ਇਹਦਾ ਜ਼ਿਕਰ ਕਦੀ ਅਖਬਾਰ ਦੇ ਵਿੱਚ ਆਇਆ ਹੋਵੇ। ਮੈਂ ਹਿਮਾਚਲ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਸੀਗਾ ਜਦੋਂ PTC ਤੇ ਨਿਊਜ਼ ਆਉਣ ਲੱਗ ਪਈ ਵੀ ਅਕਾਲ ਤਖਤ ਦੇ ਜਥੇਦਾਰ ਦੀ ਸੁਰੱਖਿਆ ਘਟਾਤੀ ਜੀ, ਇਹਨਾਂ ਦੀ ਵੀ ਘਟਾਤੀ, ਸਾਰਿਆਂ ਦਾ ਬੰਦਿਆਂ ਦਾ ਇਕੱਲੇ ਦਾ ਫਲੈਸ਼ ਹੋਇਆ। ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਇੱਕ ਖਾਮੀ ਹੈ। ਜਿਹੜੇ ਵੀ ਆਫੀਸ਼ੀਅਲਸ ਨੇ, ਅਗਰ ਸਿੱਧੂ ਮੂਸੇਵਾਲੇ ਦਾ ਜਿਹੜਾ ਵੀ ਬੰਦਾ ਕਾਤਲ ਹੈ, ਅਸੀਂ ਤਾਂ ਤੁਹਾਡੇ ਤੋਂ ਇਹ ਮੰਗ ਕਰਦੇ ਹਾਂ ਕਿ ਵੀ ਤੁਸੀਂ ਉਹਦੇ ਲਈ ਫਾਂਸੀ ਦੀ ਸਜ਼ਾ ਤਜਵੀਜ਼ ਕਰੋ। ਫਾਸਟ ਟਰੈਕ ਅਦਾਲਤ 'ਚ ਮੁਕੱਦਮਾ ਚੱਲਣਾ ਚਾਹੀਦਾ ਔਰ ਅਦਾਲਤ ਜਿਹੜੀ ਹੈ ਸਬੂਤਾਂ ਦੇ ਆਧਾਰ ਦੇ ਉੱਤੇ ਫਾਂਸੀ ਦੀ ਸਜ਼ਾ ਦੇ। ਉਹਦੇ ਨਾਲ ਉਹ ਕਿਹੜੇ ਅਫਸਰਾਨ ਨੇ ਜਿਨ੍ਹਾਂ ਨੇ ਇਹਨੂੰ ਵੀ ਚੱਕ ਕੇ ਸੋਸ਼ਲ ਮੀਡੀਆ 'ਚ ਪਾਤਾ? ਤੁਸੀਂ ਕਹਿ ਰਹੇ ਹੋ ਕਿ ਜੀ ਫਲਾਣੇ ਬੰਦੇ ਦੀ ਸੁਰੱਖਿਆ 'ਚ ਕਟੌਤੀ ਕਰਤੀ, ਕੀ ਫਿਰ ਉਹਦੇ ਦੁਸ਼ਮਣਾਂ ਨੂੰ ਗ੍ਰੀਨ ਸਿਗਨਲ ਦੇ ਰਹੇ ਆਪਾਂ ਕਿ ਜੀ ਅਸੀਂ ਬੰਦੇ ਹਟਾਤੇ ਵੀ ਹੁਣ ਆਜ਼ਾਦ ਹੈ, ਜੋ ਮਰਜ਼ੀ ਕਰ ਲਓ, ਮੈਦਾਨ ਖਾਲੀ? ਬਹੁਤ ਹੀ ਮੱਦਭਾਗੀ ਗੱਲ ਹੈ। ਐਸੀ ਘਟਨਾ ਨੂੰ ਮੈਂ ਸਮਝਦਾ ਸਰਕਾਰ ਨੂੰ ਉੱਚ ਪੱਧਰੀ ਜਾਂਚ ਵੀ ਕਰਨੀ ਚਾਹੀਦੀ ਹੈ ਔਰ ਜਿਹੜੇ ਬਣਦੇ ਇਹਦੇ ਵਿੱਚ ਕਸੂਰਵਾਰ ਨੇ ਉਹਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਕੌਨਫੀਡੈਂਸ਼ੀਅਲ ਡਾਕੂਮੈਂਟ ਰਿਲੀਜ਼ ਹੋਇਆ, ਇਹਨੂੰ ਕਿਤੇ ਨਾ ਕਿਤੇ ਅਣਗਹਿਲੀ ਸਮਝਦੇ ਹੋ ਜਿਸ ਦੇ ਕਾਰਨ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ? ਕੱਲੀ ਅਣਗਹਿਲੀ ਨਹੀਂ ਹੈ ਜੀ, ਬਹੁਤ ਬੜਾ ਗੁਨਾਹ ਹੈ। ਅਣਗਹਿਲੀ ਤਾਂ ਉਹ ਹੁੰਦੀ ਨਾ ਜਿਹੜੀ ਛੋਟੀ ਮੋਟੀ ਕੋਈ ਗੱਲ ਹੋ ਜਾਏ, ਇਹ ਕੱਲੀ ਅਣਗਹਿਲੀ ਥੋੜੀ ਹੈ, ਇਹ ਤਾਂ ਬਹੁਤ ਬੜਾ ਗੁਨਾਹ ਹੈ। ਦੇਖੋ ਇੱਕ ਐਸਾ ਬੰਦਾ ਅਸੀਂ ਆਪਣੇ ਤੋਂ ਖੋਤਾ, ਇਹ ਘਾਟਾ ਪੂਰਾ ਹੋ ਜਾਏਗਾ ਜੀ। ਇਮਾਰਤਾਂ ਦੁਬਾਰਾ ਬਣ ਸਕਦੀਆਂ, ਇਨਸਾਨ ਦੁਬਾਰਾ ਨਹੀਂ ਬਣਦੇ ਹੁੰਦੇ, ਇੱਕ ਵਾਰੀ ਹੀ ਆਉਂਦੇ ਹੁੰਦੇ। ਇਹ ਘਾਟਾ ਪੂਰਾ ਨਹੀਂ ਹੋਣ ਵਾਲਾ ਹੈ ਤੇ ਮੈਂ ਕਹਿੰਦਾ ਤੁਸੀਂ ਇਹਨੂੰ ਕਹਿੰਦੇ ਅਣਗਹਿਲੀ, ਮੈਂ ਇਹਨੂੰ ਕਹਿੰਦਾ ਵੀ ਇਹ ਜੁਰਮ ਹੈ, ਇਹ ਗੁਨਾਹ ਹੈ। ਅੱਜ ਤੱਕ ਮੈਂ ਤਾਂ ਕਦੀ ਨਹੀਂ ਸੁਣਿਆ, ਮੈਂ ਬਚਪਨ ਤੋਂ ਦੇਖਦਾ ਆ ਰਿਹਾ, ਬਹੁਤ ਵਾਰੀ ਸਰਕਾਰਾਂ ਆਈਆਂ, ਕਿਸੇ ਦੇ ਘਟਾਤੇ, ਵਧਾਤੇ, ਹਟਾਤੇ,
ਤੁਸੀਂ ਭਾਵੇਂ ਸਾਰੀ ਸੁਰੱਖਿਆ ਵਾਪਸ ਲੈ ਲਓ ਕਿਸੇ ਦੀ, ਮਾਲਕ ਹੋ ਤੁਸੀਂ, ਲੇਕਿਨ ਘੱਟੋ ਘੱਟ ਉਹਦੀ ਇਸ਼ਤਿਹਾਰਬਾਜ਼ੀ ਤਾਂ ਨਾ ਕਰੋ, ਕੱਲੇ ਦੀ ਫੋਟੋ ਲਾ ਕੇ ਦੁਸ਼ਮਣਾਂ ਨੂੰ ਸੁਨੇਹਾ ਤਾਂ ਨਾ ਦਿਓ। ਇਹ ਗੱਲ ਬੜੀ ਮਦਭਾਗੀ ਹੈ। ਸਰਕਾਰ ਨੂੰ ਚਾਹੀਦਾ, ਮੈਂ ਭਗਵੰਤ ਮਾਨ ਜੀ ਹੋਰਾਂ ਨੂੰ ਕਹਿਣਾ ਚਾਹੁੰਦਾ ਵੀ ਤਾਕਤ ਦਾ ਜਿਹੜਾ ਮਿਆਰ ਹੈ ਔਰ ਤਾਕਤ ਦਾ ਜਿਹੜਾ ਮੁੱਖ ਕੇਂਦਰ ਹੈ ਨਾ, ਉਹ ਇਕੱਲਾ ਮੁੱਖ ਮੰਤਰੀ ਹੋਣਾ ਚਾਹੀਦਾ, ਇਹਦੇ ਇਲਾਵਾ ਕੋਈ ਹੋਰ ਨਹੀਂ ਹੋਣਾ ਚਾਹੀਦਾ। ਉਹ ਇਸ ਗੱਲ ਨੂੰ ਸਮਝ ਲੈਣ ਚਾਹੀਦਾ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।